कनहर बूंद बसोरो मावल, कुसम बसंत गनंत न आवे। रव सस किरण उदर सागर को, गंग तरंग अंत न पावे। रुदर ध्यान ज्ञान सतगुर को, कब जन पल उन्हों जो गावे। भले अमरदास गुण तेरे, तेरी उपमा तोहे बन आवे। पल पट भल जी उच्चारण करते ने कि बारिश की बूंदा विच जिहड़ा मेघ वरसदा है उहदियां किन्नियां बूंदां ने, किन्नी वरखा हुई है, ਇਹ ਧਰਤੀ ਵਿੱਚ ਕਿੰਨੀ ਹਰਿਆਲਵੀ ਇਹ ਕਿੰਨੀ ਬਨਸਪਤੀ ਹੈ। ਜਦੋਂ ਬਸੰਤ ਰੁੱਤ ਆਈ ਤੇ ਕਿੰਨੇ ਫੁੱਲ ਖਿੜੇ, ਇਹ ਨਹੀਂ ਗਿਣਿਆ ਜਾ ਸਕਦਾ। ਸੂਰਜ ਵਿੱਚ ਕਿੰਨੀਆਂ ਕਿਰਨਾਂ ਨੇ, ਸਾਗਰ ਵਿੱਚ ਕਿੰਨੇ ਹੀ ਗੰਗਾ ਦੀਆਂ ਲਹਿਰਾਂ ਸਮਾ ਗਈਆਂ, ਕਿੰਨੀਆਂ ਹੀ ਗੰਗਾ ਸਮਾ ਚੁੱਕੀਆਂ ਨੇ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿ ਸੂਰਜ ਤੇ ਚੰਦ ਵਿੱਚ ਕਿੰਨੀਆਂ ਕਿਰਨਾਂ ਨੇ। शिव जी का ज्ञान जिहड़ा है वो ध्यान कितना गहरा है, उन्होंने कोई नाप नहीं सकता। पर फिर भी भल जी कहते ने हो सकता है कोई ऐसा गिण पाए, कोई नाप ले, कोई दस सके। पर जिहड़े आप भलियां दी कुल विच गुरु अमरदास जी आप दी गुण ते कोई बयान ही नहीं कर सकता। ਇਹ सब तो कोई फिर भी दस सकता है कि किन्नी बरखा हुई है, किन्नी बनस्पति है, किन्ने बसंत रुत विच किन्ने फुल खिले ने, चंद्रमा ते सूरज दियां किरणां किन्नियां ने। पर आप जी दे गुण नहीं कोई दस सकता कि आप जी विच किन्ने गुण ने। तेरी उपमा तोहे बन आवे। आप जी अपनी उपमा आप ही जानते हो ते आप जी वर्गा कोई नहीं, आप जी वर्गे केवल आप ही हो। हे निमाणियां दे माण, नी ताणियां दे ताण, नी ओटियां दी ओट, नी आसरियां दे आसरे, नी पत्तियां दी पत्त, नी गत्तियां दी गत्त, नी धरियां दी धर, नी लज्जियां दी लज्ज, पीरां दे पीर। सतगुरु धन गुर अमरदास पातशाह महाराज 73 साल दी 73 ईयर्स 73 साल दी उम्र विच गुरता गद्दी ते विराजमान हुंदे ने। ਇਹ ਉਹ ਉਮਰ ਹੈ ਸੰਗਤ ਜੀ ਜਦੋਂ ਅਸੀਂ ਇਹ ਦੁਨਿਆਵੀ ਤੌਰ 'ਤੇ ਬਿਲਕੁਲ ਰਿਟਾਇਰਮੈਂਟ, ਜਦੋਂ ਸਰੀਰ ਚੱਲਣਾ ਬੰਦ ਹੋ ਜਾਂਦਾ, ਜਦੋਂ ਸਾਡੇ ਸਰੀਰ ਨੂੰ ਕਿਸੇ ਦੀ ਲੋੜ ਹੁੰਦੀ ਹੈ ਵੀ ਸਾਡੀ ਕੋਈ ਸੇਵਾ ਸੰਭਾਲ ਕਰੇ, ਉਸ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਵਿਰਾਜਮਾਨ ਹੁੰਦੇ ਨੇ ਅਤੇ ਕਲਯੁਗ ਦੀ ਗੱਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਗੱਦੀ ਦੇ ਮਾਲਕ ਬਣਦੇ ਨੇ ਅਤੇ ਸਾਰੀ ਸ੍ਰਿਸ਼ਟੀ ਦਾ ਭਾਰ ਆਪਣੇ ਸਿਰ 'ਤੇ ਚੁੱਕ ਲੈਂਦੇ ਨੇ। ਦੁਨਿਆਵੀ ਤੌਰ 'ਤੇ ਕੀ ਹੈ ਕਿ ਉਸ ਸਮੇਂ ਸੇਵਕਾਂ ਦੀ ਸਾਨੂੰ ਸੰਭਾਲਣ ਵਾਲਿਆਂ ਦੀ ਲੋੜ ਹੁੰਦੀ ਹੈ, ਪਰ ਗੁਰੂ ਮਹਾਰਾਜ ਇਸ ਤੋਂ ਸਾਨੂੰ ਕੀ ਸਮਝ ਆਉਂਦੀ ਹੈ, ਸਾਨੂੰ ਸੇਧ ਮਿਲਦੀ ਹੈ ਕਿ ਗੁਰੂ ਸਾਹਿਬ ਦੇਖਣ ਵਿੱਚ ਤਾਂ ਉਹਨਾਂ ਦਾ ਸਰੀਰ ਭਾਵੇਂ ਸਾਡੇ ਵਰਗਾ ਹੈ, ਪਰ ਉਹ ਦਿਵਯ ਹੁੰਦੇ ਨੇ। ਅਸੀਂ ਆਪਣੇ ਸੁਰਤ ਨਾਲ ਜਾਂ ਆਪਣੇ ਮਨ ਬੁੱਧੀ ਨਾਲ ਇਹ ਵਿਚਾਰ ਨਹੀਂ ਕਰ ਪਾਉਂਦੇ। ਸਾਡੇ ਵਿਚਾਰ ਤੋਂ ਪਰੇ ਦੀ ਗੱਲ ਹੈ ਕਿ ਗੁਰੂ ਸਾਹਿਬ ਕਿਹੜੀ ਕਿਹੜੀ ਲੀਲਾ ਕਰ ਸਕਦੇ ਨੇ ਇਸ ਸਰੀਰ ਵਿੱਚ ਆਉਣ ਤੋਂ ਬਾਅਦ ਵੀ। ਗੁਰੂ ਸਾਹਿਬ ਨੇ ਇਹ ਵੀ ਸਿੱਧ ਕੀਤਾ ਕਿ ਜੋ ਗੁਰਬਾਣੀ ਦੀ ਪੰਕਤੀਆਂ ਹੁੰਦੀਆਂ ਨੇ, ਗੁਰਮੁਖ ਬੁੱਢੇ ਨਾਈ, ਕਿ ਗੁਰਮੁਖ ਜਿਹੜੇ ਹੁੰਦੇ ਨੇ ਨਾ ਉਹ ਬੁੱਢੇ ਨਹੀਂ ਹੁੰਦੇ, ਉਹ ਸਦਾ ਚੜ੍ਹਦੀ ਕਲਾ ਵਾਲੇ ਰਹਿੰਦੇ ਨੇ। ਅੱਜ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੇ ਅਸੀਂ ਆਪਣੇ ਸਿੱਖੀ ਵਿੱਚ ਮਹਾਨ ਆਤਮਾਵਾਂ ਸੰਤਾਂ ਦੇ ਦਰਸ਼ਨ ਕਰੀਏ ਅਤੇ ਉਹ ਬਜ਼ੁਰਗ ਅਵਸਥਾ ਵਿੱਚ ਵੀ ਚੜ੍ਹਦੀ ਕਲਾ, ਖੇੜਾ, ਮੂੰਹ 'ਤੇ ਜਿਹੜੇ ਚਿਹਰੇ 'ਤੇ ਨੂਰ ਹੁੰਦਾ ਹੈ, ਉਹ ਦੱਸਦਾ ਹੈ ਕਿ ਜਿਹੜੀ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ ਉਹ ਉਹਨਾਂ ਨੂੰ ਬੁੱਢੇ ਨਹੀਂ ਹੋਣ ਦਿੰਦੀ। ਦੁਨਿਆਵੀ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ 70 ਦਾ ਮਤਹੀਨ ਹੋਣ ਗਿਆ ਅਤੇ 80 ਦਾ ਵਿਵਹਾਰ ਨਹੀਂ ਪਾਉਂਦਾ, ਉਹ ਵੀ ਗੁਰਬਾਣੀ ਦੀ ਪੰਕਤੀਆਂ ਨੇ। ਪਰ ਇਹ ਵੀ ਗੁਰਬਾਣੀ ਦੀ ਪੰਕਤੀ ਹੈ ਕਿ ਗੁਰਮੁਖ ਜਿਹੜੇ ਨੇ ਉਹ ਬੁੱਢੇ ਨਹੀਂ ਹੁੰਦੇ। ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਸਰੀਰ ਉੱਪਰ ਸਾਨੂੰ ਹੰਢਾ ਕੇ ਦਿਖਾਇਆ। ਗੁਰੂ ਅਮਰਦਾਸ ਪਾਤਸ਼ਾਹ 12 ਸਾਲ ਗੁਰਤਾ ਗੱਦੀ 'ਤੇ ਵਿਰਾਜਮਾਨ ਰਹੇ। ਦਿਆਲੂ ਕਿਰਪਾਲੂ ਮਹਾਰਾਜ ਦਾ ਹਿਰਦਾ ਬੜਾ ਕੋਮਲ। ਗੁਰੂ ਸਾਹਿਬ ਨੇ ਕਿੰਨੀਆਂ ਹੀ ਜਿਹੜੀਆਂ ਨੇ ਸਮਾਜ ਵਿੱਚ ਕੁਰੀਤੀਆਂ ਜਾਂ ਕੁਪ੍ਰਥਾਵਾਂ ਕੋ ਜਿਨ੍ਹਾਂ ਦਾ ਅੰਤ ਕੀਤਾ, ਔਰ ਕਿੰਨੀਆਂ ਹੀ ਨਵੇਂ ਸਿਸਟਮ ਜਿਹੜੇ ਨੇ ਸ਼ੁਰੂ ਕੀਤੇ। ਸਾਡੀ ਭੈਣਾਂ ਉੱਪਰ ਤੇ ਗੁਰੂ ਮਹਾਰਾਜ ਦੇ ਬਹੁਤ ਬਹੁਤ ਉਪਕਾਰ ਨੇ।
ਗੁਰੂ ਸਾਹਿਬ ਨੇ ਸਭ ਤੋਂ ਪਹਿਲੇ ਇਹ ਰੀਤ ਸ਼ੁਰੂ ਕੀਤੀ, ਪਹਿਲੇ ਪੰਗਤ ਪਾਛੈ ਸੰਗਤ, ਕਿ ਪਹਿਲੇ ਪੰਗਤ ਵਿੱਚ ਲੰਗਰ ਛਕੋ ਅਤੇ ਫਿਰ ਸੰਗਤ ਵਿੱਚ ਆਓ। ਪਹਿਲੇ ਇਸ ਸਰੀਰ ਦੀ ਭੁੱਖ ਮਿਟਾਓ ਅਤੇ ਫਿਰ ਸੰਗਤ ਵਿੱਚ ਆ ਕੇ ਰੂਹਾਨੀ ਭੋਜਨ ਛਕ ਕੇ ਇਸ ਆਤਮਾ ਦੀ ਰੂਹ ਦੀ ਭੋਜਨ ਜਿਹੜੀ ਲੋੜ ਏ ਉਹਨੂੰ ਆ ਕੇ ਛਕੋ। ਅਤੇ ਜੇ ਕੋ ਖਾਵੇ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ, ਉਸ ਅਵਸਥਾ ਤੱਕ ਪਹੁੰਚੋ। ਮਹਾਰਾਜ ਨੇ ਇਹ ਕਿਉਂ ਸ਼ੁਰੂ ਕੀਤੀ ਕਿ ਪਹਿਲੇ ਪੰਗਤ ਅਤੇ ਪਾਛੈ ਸੰਗਤ? ਕਿਉਂਕਿ ਵਰਨ ਪ੍ਰਥਾ ਜਾਤ ਪਾਤ ਨੂੰ ਸਮਾਪਤ ਕਰਨਾ ਸੀ। ਜੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਗੁਰੂ ਸਾਹਿਬ ਨੇ ਕੀਤਾ ਕਿ ਕੋਈ ਜਾਤ ਪਾਤ ਵਰਨ ਵੰਡ ਨਹੀਂ ਹੋਏਗੀ। ਇੱਕ ਪੰਗਤ ਵਿੱਚ ਬਹਿ ਕੇ ਸਾਰੇ ਲੰਗਰ ਛਕਣਗੇ। ਇਹਦੇ ਵਿੱਚ ਜਿੰਨੇ ਕਿਰਤੀ ਮਨੁੱਖ ਆਉਂਦੇ ਨੇ, ਜਿਹੜੇ ਕਿਰਤ ਕਰਦੇ, ਮਿਹਨਤ ਕਰਦੇ, ਤਰਖਾਣ, ਲੋਹਾਰ, ਚਮਿਆਰ, ਇਹ ਸਾਰੇ ਆ ਗਏ। ਇਹ ਸਾਰਿਆਂ ਵਾਸਤੇ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹ ਗਏ। ਇਹਨਾਂ ਉੱਪਰ ਇੰਨਾ ਵੱਡਾ ਉਪਕਾਰ ਹੋਇਆ ਕਿ ਸਭ ਇੱਕ ਬਰਾਬਰ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਛਤਰੀ ਹੈ, ਚਾਹੇ ਤਰਖਾਣ ਹੈ, ਚਾਹੇ ਲੋਹਾਰ ਹੈ, ਚਾਹੇ ਚਮਿਆਰ ਹੈ, ਉਹ ਕੋਈ ਵੀ ਕੰਮ ਕਰਦਾ ਹੈ, ਇੱਕੋ ਪੰਗਤ ਵਿੱਚ ਸਾਰੇ ਛਕਣਗੇ। ਰਾਜਾ ਰੰਕ ਸਭ ਗੁਰੂ ਸਾਹਿਬ ਨੇ ਬਰਾਬਰ ਬਿਠਾ ਦਿੱਤੇ। ਇਹ ਦੱਸਿਆ ਕਿ ਗੁਰੂ ਘਰ ਜਿਹੜਾ ਹੈ ਆਪ ਜੀ ਦੇ ਅਹੁਦੇ ਨਾਲ ਅਤੇ ਆਪ ਜੀ ਜੋ ਕਿਰਤ ਕਰਦੇ ਹੋ ਉਹਦੇ ਹਿਸਾਬ ਨਾਲ ਕੋਈ ਵਿਚਾਰ ਨਹੀਂ ਹੁੰਦੀ। ਆਪ ਜੀ ਦੀ ਵਿਚਾਰ ਕੀ ਹੁੰਦੀ ਹੈ ਕਿ ਆਪ ਜੀ ਕਿੰਨੇ ਸੱਚੇ ਹੋ, ਆਪ ਜੀ ਕਿੰਨੇ ਗੁਣਾਂ ਦੇ ਮਾਲਕ ਹੋ। ਗੁਰੂ ਸਾਹਿਬ ਨੇ ਦੱਸਣਾ ਕੀਤਾ। ਅਤੇ ਬ੍ਰਾਹਮਣ ਜਿਹੜਾ ਹੈ ਉਹ ਆਪਣੇ ਗੁਣਾਂ ਨਾਲ ਹੁੰਦਾ ਹੈ, ਅਤੇ ਜਿਹੜਾ ਸ਼ੂਦਰ ਵੀ ਹੈ ਉਹ ਵੀ ਆਪਣੇ ਅਵਗੁਣਾਂ ਨਾਲ ਹੁੰਦਾ ਹੈ। ਜਨਮ ਤੋਂ ਕੋਈ ਬ੍ਰਾਹਮਣ ਅਤੇ ਸ਼ੂਦਰ ਨਹੀਂ ਹੈ, ਇਹ ਗੁਰੂ ਸਾਹਿਬ ਨੇ ਦੱਸਿਆ। ਜਦੋਂ ਗੁਰੂ ਸਾਹਿਬ ਨੇ ਜਾਤ ਪਾਤ ਦੀ ਪ੍ਰਥਾ ਸਮਾਪਤ ਕੀਤੀ, ਇੱਕੋ ਪੰਗਤ ਵਿੱਚ ਬਿਠਾ ਕੇ ਛਕਾਇਆ। ਅਤੇ ਜਦੋਂ ਅਕਬਰ ਰਾਜਾ ਵੀ ਆਇਆ ਨਾ ਆਪਣੇ ਸਮੇਂ ਦਾ, ਗੁਰੂ ਸਾਹਿਬ ਦਾ ਜਦੋਂ ਸਮਾਂ ਚੱਲ ਰਿਹਾ ਸੀ, ਅਤੇ ਆ ਕੇ ਚੋਬਦਾਰ ਸਿੱਖ ਨੇ ਦੱਸਿਆ ਕਿ ਜਿਹੜਾ ਟਹਿਲਿਆ ਸਿੱਖ ਸੀ ਗੜਵਈਆ ਮਹਾਰਾਜ ਦਾ, ਕਿ ਮਹਾਰਾਜ ਰਾਜਾ ਅਕਬਰ ਆਪ ਜੀ ਦੇ ਦਰਸ਼ਨਾਂ ਨੂੰ ਆਏ ਨੇ। ਅਤੇ ਤਾਂ ਵੀ ਗੁਰੂ ਸਾਹਿਬ ਨੇ ਕਿਹਾ, ਇਸ਼ਾਰੇ ਨਾਲ ਸਮਝਾਇਆ ਕਿ ਪਹਿਲੇ ਪੰਗਤ ਪਾਛੈ ਸੰਗਤ। ਅਕਬਰ ਨੇ ਵੀ ਸੰਗਤ ਵਿੱਚ ਬਹਿ ਕੇ ਜਦੋਂ ਲੰਗਰ ਛਕਿਆ, ਉਹ ਰੂਹਾਨੀ ਪ੍ਰਸ਼ਾਦ ਜਦੋਂ ਪਾਇਆ ਅਤੇ ਰੂਹਾਨੀਅਤ ਦਾ ਜਦੋਂ ਸਕੂਨ ਲਿੱਤਾ ਅਕਬਰ ਨੇ, ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ 10 ਪਿੰਡਾਂ ਦੀ ਜਾਗੀਰ ਅਸੀਂ ਨਾਮ ਲਿਖਵਾਉਂਦੇ ਹਾਂ ਤਾਂ ਕਿ ਇਹ ਲੰਗਰ ਇਵੇਂ ਹੀ ਚੱਲਦੇ ਰਹਿਣ। ਗੁਰੂ ਸਾਹਿਬ ਜਿਹੜੇ ਲੰਗਰ ਨੇ ਨਾ, ਉਹ ਬੜੇ ਹੀ ਅਮੀਰ ਲੰਗਰ ਸੀ। ਗੁਰੂ ਸਾਹਿਬ ਦੇ ਲੰਗਰਾਂ ਵਿੱਚ 6 ਤਰ੍ਹਾਂ ਦੇ ਰਸ ਜਿਹੜੇ ਹੁੰਦੇ ਨੇ ਮੰਨੇ ਜਾਂਦੇ ਨੇ, ਮਿੱਠਾ, ਲੂਣਾ, ਖੱਟਾ, ਉਹ ਸਾਰੇ ਰਸ ਦੇ ਵਿਦਿਆਮਾਨ ਦੇ ਭੋਜਨ ਹੁੰਦੇ ਸੀ ਗੁਰੂ ਸਾਹਿਬ ਦੇ ਲੰਗਰਾਂ ਵਿੱਚ। ਔਰ ਲੰਗਰ ਇੰਨੇ ਜ਼ਿਆਦਾ ਪੱਕਦੇ ਸੀ ਕਿ ਬਾਅਦ 'ਚੋਂ ਜਾਨਵਰਾਂ ਨੂੰ ਵੀ ਬਚਿਆ ਹੋਇਆ ਖਵਾਇਆ ਜਾਂਦਾ ਸੀ। ਜੇ ਉੱਥੋਂ ਵੀ ਬਚ ਗਿਆ ਤਾਂ ਜਲ ਦੇ ਜੰਤੂਆਂ ਨੂੰ ਵੀ ਖਵਾਇਆ ਜਾਂਦਾ ਸੀ। ਇੰਨਾ ਅਮੀਰ ਲੰਗਰ ਗੁਰੂ ਸਾਹਿਬ ਦਾ, ਗੁਰੂ ਅਮਰਦਾਸ ਪਾਤਸ਼ਾਹ ਦੇ ਗੋਇੰਦਵਾਲ ਸਾਹਿਬ ਚੱਲਦਾ ਸੀ। ਕਿਉਂਕਿ ਗੁਰਤਾ ਗੱਦੀ ਦਾ ਵਿਰਾਜਮਾਨ ਹੋਣ ਤੋਂ ਬਾਅਦ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਆ ਗਏ ਸੀ, ਅਤੇ ਉੱਥੇ ਹੀ ਗੁਰੂ ਸਾਹਿਬ ਨੇ ਗੋਇੰਦਵਾਲ ਨਗਰ ਵਸਾਇਆ। ਆਪ ਜੀ ਦਾ ਜਿਹੜਾ ਪ੍ਰਕਾਸ਼ ਉਹ ਤਾਂ ਬਸਰਕੇ ਪਿੰਡ ਦਾ ਸੀ। ਅਤੇ ਲੇਕਿਨ ਅਕਬਰ ਬਾਦਸ਼ਾਹ ਦਾ ਇਹ 10 ਪਿੰਡਾਂ ਦੀ ਜਾਗੀਰ ਲੈਣ ਤੋਂ ਗੁਰੂ ਸਾਹਿਬ ਨੇ ਮਨਾ ਕਰਤਾ। ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਲੰਗਰ ਹੈ ਇਹ ਕੀਰਤੀ ਸਿੰਘਾਂ ਦੇ ਦਸਵੰਧ ਨਾਲ ਚੱਲਦਾ ਹੈ, ਹੱਕ ਹਲਾਲ ਦੀ ਕਮਾਈ ਨਾਲ ਚੱਲਦਾ ਹੈ। ਇਹ ਸਰਕਾਰ ਦੇ, ਹਕੂਮਤ ਦੇ ਖਰਚੇ 'ਤੇ ਨਹੀਂ ਚੱਲੇਗਾ। ਜਿੱਥੇ ਐਵੇਂ ਦਾ ਅੰਨ ਆ ਜਾਏਗਾ ਉਹ ਸ਼ਾਂਤੀ ਕਿਵੇਂ ਦੇਵੇਗਾ? ਜਿਹੜਾ ਗਰੀਬਾਂ ਦਾ ਖੂਨ ਚੂਸ ਕੇ ਜਾਂ ਟੈਕਸ ਨਾਲ ਆਇਆ ਹੈ ਜਾਂ ਰਿਸ਼ਵਤ ਨਾਲ ਆਇਆ ਹੈ, ਕਿਸੇ ਵੀ ਪ੍ਰਕਾਰ ਆਇਆ ਹੈ, ਜਿਹੜੇ ਹੱਕ ਦੀ ਕਮਾਈ ਨਹੀਂ ਹੈ, ਉਹ ਗੁਰੂ ਘਰ ਨਹੀਂ ਆਏਗੀ। ਗੁਰੂ ਸਾਹਿਬ ਨੇ ਕਿਹਾ ਇਹ 10 ਨੂੰਹਾਂ ਦੀ ਕਿਰਤ ਕਰਕੇ ਦਸਵੰਧ ਉਹਦੇ ਨਾਲ ਚੱਲਦਾ ਹੈ। ਅਤੇ ਗੁਰੂ ਸਾਹਿਬ ਨੇ ਦਸਵੰਧ ਜਿਹੜਾ ਕੱਢਣਾ ਹੈ ਇਹ ਸਿੱਖਾਂ ਵਿੱਚ ਪੱਕ ਕਰਵਾਇਆ। ਇਸ ਗੁਣ ਨੂੰ ਪੂਰਾ ਦ੍ਰਿੜਤਾ ਨਾਲ ਕਮਾਵੋ ਕਿ 10ਵਾਂ ਹਿੱਸਾ ਜਿਹੜਾ ਹੈ ਉਹ ਗੁਰੂ ਘਰ, ਚਾਹੇ ਤੁਸੀਂ ਗਰੀਬ ਦੇ ਮੂੰਹ 'ਚ ਦਾਨ, ਧਰਮ ਦੇ ਕੰਮ ਲਈ ਇਹ 10ਵਾਂ ਹਿੱਸਾ ਜ਼ਰੂਰ ਕੱਢੋ। ਜੇ ਅਸੀਂ ਇਹ 10ਵਾਂ ਹਿੱਸਾ ਗੁਰੂ ਸਾਹਿਬ ਨੇ ਦ੍ਰਿੜ ਕਰਵਾਇਆ, ਜੇ ਨਹੀਂ ਕੱਢਦੇ ਤਾਂ ਇਹ ਸਰਕਾਰ ਲੈ ਜਾਂਦੀ ਲੁੱਟ ਕੇ, ਚੋਰ ਲੈ ਜਾਂਦੇ ਨੇ ਲੁੱਟ ਕੇ, ਬਿਮਾਰੀ ਦੇ ਦੂਤ ਲੈ ਜਾਂਦੇ ਨੇ, ਦਵਾਈਆਂ ਲੈ ਜਾਂਦੀਆਂ ਨੇ। ਪਰ ਜੇ ਅਸੀਂ ਆਪਣੀ ਕਮਾਈ ਨੂੰ ਸ਼ੁੱਧ ਰੱਖਣਾ ਹੈ ਅਤੇ ਬਰਕਤਾਂ ਵਾਲਾ ਰੱਖਣਾ ਹੈ, ਮਿਹਰਾਂ ਵਾਲਾ ਰੱਖਣਾ ਹੈ, ਘਰ ਖੁਸ਼ੀਆਂ ਰੱਖਣੀਆਂ ਨੇ ਕਿ ਇਸ ਕਿਰਤ ਕਮਾਈ ਨਾਲ ਸਦਾ ਘਰ ਖੁਸ਼ੀਆਂ ਬਣੀਆਂ ਰਹਿਣ, ਅਤੇ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਕਿ 10ਵਾਂ ਹਿੱਸਾ ਧਰਮ ਕਾਰਜਾਂ ਲਈ ਕੱਢੋ। ਇਹ ਗੁਰੂ ਸਾਹਿਬ ਦੀਆਂ ਸਭ ਦੇਣਾ ਸੀ। ਸਾਡੀਆਂ ਭੈਣਾਂ ਦੇ ਉੱਤੇ ਗੁਰੂ ਸਾਹਿਬ ਦੀ ਬਹੁਤ ਉਪਕਾਰ ਹੋਏ। ਗੁਰੂ ਸਾਹਿਬ ਨੇ ਸਤੀ ਪ੍ਰਥਾ ਖਤਮ ਕਰਾਈ ਕਿ ਜਿਹੜਾ ਆਪਣੇ ਪਤੀ ਨਾਲ ਸੜ ਕੇ ਖਤਮ ਹੋਣਾ ਹੈ, ਕੋਈ ਰੀਤ ਨਹੀਂ ਹੈ, ਕੁਪ੍ਰਥਾ ਹੈ। ਗੁਰੂ ਸਾਹਿਬ ਨੇ ਇਹਨੂੰ ਬੰਦ ਕਰਾਇਆ। ਗੁਰੂ ਸਾਹਿਬ ਨੇ ਘੂੰਗੜ ਦੀ ਪ੍ਰਥਾ ਬੰਦ ਕਰਾਈ ਕਿ ਘੂੰਗੜ ਕੱਢ ਕੇ ਗੁਰੂ ਸਾਹਿਬ ਨੇ ਐਲਾਨ ਕਰਤਾ। ਕਿੰਨਾ ਕਿ ਆਪ ਜੀ ਸੋਚੋ ਤੇ ਕਿੰਨਾ ਕ੍ਰਾਂਤੀਕਾਰੀ ਐਲਾਨ ਸੀ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੇਰੇ ਜਿਹੜੀ ਸੰਗਤ ਵਿੱਚ, ਦਰਬਾਰ ਵਿੱਚ ਕੋਈ ਬੀਬੀ ਘੁੰਡ ਕੱਢ ਕੇ ਨਹੀਂ ਆਏਗੀ।
ਇਹ ਬਹੁਤ ਵੱਡਾ ਐਲਾਨ ਹੈ, ਇੱਕ ਕ੍ਰਾਂਤੀਕਾਰੀ ਐਲਾਨ ਹੈ ਕਿ ਕੋਈ ਘੁੰਗਟ ਕੱਢ ਕੇ ਬੀਬੀ ਨਹੀਂ ਆਏਗੀ ਇੱਥੇ। ਇਹ ਗੁਰਬਾਣੀ ਵਿੱਚ ਵੀ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਅਤੇ ਗੁਰਬਾਣੀ ਵਿੱਚ ਵੀ ਆਉਂਦਾ ਰੋਹ ਰੋਹ ਰੀ ਬਹੋਰੀਆ ਘੁੰਗਟ ਜਿਨ ਕੱਢ ਅੰਤ ਕੀ ਬਾਰ ਲਹੇਗੀ ਨਾ ਅੱਡ ਹੈ। ਵੀ ਜੇ ਅਸੀਂ ਤੁਸੀਂ ਘੁੰਗਟ ਐਵੇਂ ਕੱਢੋਗੇ ਤੁਹਾਨੂੰ ਅੰਤੀ ਵਾਰ ਕੁਛ ਵੀ ਨਹੀਂ ਮਿਲਣਾ। ਘੁੰਗਟ ਉਸ ਤੋਂ ਕੱਢੋ, ਅਵਗੁਣਾ ਤੋਂ ਕੱਢੋ। ਅਤੇ ਜਿਹੜਾ ਜਿਹਦੇ ਕੋਲ ਸ਼ਰਮ, ਮਾਸੂਮੀਅਤ, ਸੱਚ, ਦਇਆ ਹੀ ਨਹੀਂ ਹੈ ਤਾਂ ਉਹਨੂੰ ਘੁੰਗਟ ਕੱਢਣ ਦਾ ਫਾਇਦਾ ਵੀ ਕੀ ਹੈ। ਗੁਰੂ ਮਹਾਰਾਜ ਨੇ ਕਿਹਾ ਕਿ ਇਹ ਘੁੰਗਟ ਦੀ ਪ੍ਰਥਾ ਖਤਮ, ਕੋਈ ਬੀਬੀ ਘੁੰਗਟ ਕੱਢ ਕੇ ਨਹੀਂ ਆਏਗੀ, ਕੋਈ ਭੈਣ, ਕੋਈ ਮਾਈ। ਕਹਿੰਦੇ ਹਿਮਾਚਲ ਦੇ ਪਹਾੜੀ ਰਾਜਿਆਂ ਦਾ ਇੱਕ ਰਾਣੀ ਜਦੋਂ ਘੁੰਗਟ ਕੱਢ ਕੇ ਆਈ ਅਤੇ ਗੁਰੂ ਸਾਹਿਬ ਨੇ ਕਿਹਾ ਵੀ ਇਹ ਕੌਣ ਹੈ, ਕਮਲੀ ਜਿਹੜੀ ਘੁੰਗਟ ਕੱਢ ਕੇ ਆਈ ਹੈ, ਤਾਂ ਕਮਲੀ ਹੋ ਗਈ। ਫਿਰ ਜੋ ਸੰਗਤ ਨੇ ਬੇਨਤੀ ਕੀਤੀ, ਰਾਜੇ ਨੇ ਬੇਨਤੀ ਕੀਤੀ ਅਤੇ ਮਹਾਰਾਜ ਨੇ ਕਿਹਾ ਕਿ ਜਾ ਕੇ ਲੰਗਰ ਹਾਲ ਵਿੱਚ ਭਾਂਡਿਆਂ ਦੀ ਸੇਵਾ ਕਰੋ, ਠੀਕ ਹੋਏਗੀ। ਅਤੇ ਉਹ ਰਾਜੀ ਹੋ ਗਈ। ਗੁਰੂ ਸਾਹਿਬ ਨੇ ਦ੍ਰਿੜ ਕਰਵਾਉਣਾ ਸੀ ਕਿ ਘੁੰਗਟ, ਸਤੀ ਪ੍ਰਥਾ ਇਹ ਨਹੀਂ। ਗੁਰੂ ਸਾਹਿਬ ਨੇ ਮਾਈਆਂ ਨੂੰ ਇੱਕ ਬਰਾਬਰ ਲਿਆ ਕੇ ਬਿਠਾਇਆ, ਭੈਣਾਂ ਨੂੰ, ਕਿ ਸੰਗਤ ਵਿੱਚ ਬਰਾਬਰ ਬੈਠੋ, ਬਰਾਬਰ ਆਪਣੀ ਆਤਮਾ ਦਾ ਭੋਜਨ ਛਕੋ, ਤੁਸੀਂ ਹੱਕਦਾਰ ਹੋ ਇਸ ਭੋਜਨ ਨੂੰ ਛਕਣ ਦੇ। ਜੋ ਪਹਿਲੇ ਧਰਮਾਂ ਵਿੱਚ ਇਹ ਨਹੀਂ ਸੀ, ਬਈ ਅਸੀਂ ਨਹੀਂ ਜਾ ਸਕਦੇ, ਦਰਗਾਹ ਵਿੱਚ ਨਮਾਜ਼ ਇਕੱਠੇ ਨਹੀਂ ਪੜ੍ਹ ਸਕਦੇ, ਮਸਜਿਦ ਵਿੱਚ ਜਾਣਾ ਅਲਾਊਡ ਨਹੀਂ ਹੈ, ਇਹ ਸਭ ਗੁਰੂ ਸਾਹਿਬ ਨੇ ਆਪਣੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਧਰਮਸ਼ਾਲ ਵਿੱਚ ਕਿਹਾ ਕਿ ਬਰਾਬਰ ਦਾ ਹੱਕ ਹੈ। ਆ ਕੇ ਰੂਹ ਦਾ ਭੋਜਨ ਛਕੋ ਅਤੇ ਬਿਨਾਂ ਘੁੰਗਟ ਤੋਂ ਬੈਠੋ ਅਤੇ ਦਰਸ਼ਨ ਕਰੋ ਗੁਰੂ ਦੇ। ਇਹ ਗੁਰੂ ਸਾਹਿਬ ਨੇ ਦੇਣਾ ਕੀਤਾ। ਗੁਰੂ ਸਾਹਿਬ ਨੇ ਬਰਾਬਰ ਦਾ ਹੋਰ ਵੀ ਹੱਕ ਦਿਲਾਇਆ। ਕਹਿੰਦੇ ਇੱਕ ਬੀਬੀ ਮੱਥੋ ਜੀ ਸੀ, ਜਿਹੜਿਆਂ ਦੇ ਮਾਂ ਪਿਓ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਸੀ। ਉਹ ਬੀਬੀ ਮੱਥੋ ਜੀ ਦੇ ਪਿਤਾ ਜੀ ਦਾ ਨਾਮ ਸੀ ਸਿੰਘਾਂ ਉੱਪਰ। ਜਦੋਂ ਇਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਅਤੇ ਬੀਬੀ ਮੱਥੋ ਜੀ ਆਉਂਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਥੋੜ੍ਹੇ ਸਿੱਧੇ ਸੀ। ਅਤੇ ਗੁਰੂ ਸਾਹਿਬ ਨੇ ਇੱਕ ਹੋਰ ਜਿਹੜਾ ਸਿੰਘ ਆਇਆ ਸੀ ਸ਼ਰਨ ਵਿੱਚ, ਪ੍ਰੇਮਾ ਨਾਮ ਦਾ, ਉਹ ਬਹੁਤ ਕੋਹੜੀ ਸੀ, ਉਹਨੂੰ ਕਿਰਪਾ ਕਰਕੇ ਠੀਕ ਕੀਤਾ ਅਤੇ ਉਹਦਾ ਨਾਮ ਰੱਖਿਆ ਮੁਰਾਰੀ। ਅਤੇ ਗੁਰੂ ਸਾਹਿਬ ਨੇ ਮੱਥੋ ਜੀ ਦਾ ਵਿਆਹ ਜਿਹੜਾ ਆਨੰਦ ਕਾਰਜ ਹੈ ਉਹ ਮੁਰਾਰੀ ਜੀ ਨਾਲ ਕਰਵਾਇਆ। ਅਤੇ ਮੱਥੋ ਜੀ ਜਿਹੜੇ ਉਂਝ ਸਿੱਧੇ ਸੀ, ਘਰ ਦਾ ਕੰਮ ਸਾਰਾ ਜਾਣਦੇ ਸੀ, ਉਂਝ ਮਤਲਬ ਜਿਵੇਂ ਹੁੰਦਾ ਨਾ ਕੋਈ ਸਿੱਧੜਾ ਸੁਭਾਅ ਹੁੰਦਾ ਥੋੜ੍ਹਾ, ਕਿ ਸਮਝ ਨਹੀਂ ਦੁਨੀਆਦਾਰੀ ਦੀ, ਉਵੇਂ ਦੇ ਸੀ। ਲੇਕਿਨ ਜਦੋਂ ਮੱਥੋ ਜੀ ਦੀ ਮਾਤਾ ਜੀ ਨੇ ਕਿਹਾ ਨਾ ਵੀ ਅਸੀਂ ਮੁਰਾਰੀ ਨਾਲ ਕਿਉਂ ਕਰੀਏ, ਨਾ ਤਾਂ ਇਹਦੇ ਕੁਲ ਦਾ ਪਤਾ ਨਾ ਕੁਛ, ਅਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਹੁਣ ਮੇਰਾ ਪੁੱਤਰ ਹੈ, ਜਿਵੇਂ ਮੋਹਨ ਜੀ, ਮੋਹਰੀ ਜੀ ਮੇਰੇ ਪੁੱਤਰ ਨੇ, ਹੁਣ ਮੁਰਾਰੀ ਵੀ ਮੇਰਾ ਪੁੱਤਰ ਹੈ। ਅਤੇ ਮੱਥੋ ਜੀ ਦਾ ਵਿਆਹ ਕਰਕੇ ਕਿਹਾ ਕਿ ਮੱਥੋ ਜੀ ਨੂੰ ਤਾਂ ਮੰਜੀ ਥਾਪ ਕੇ ਦਿੱਤੀ, ਕਿਹਾ ਕਿ ਇਹਨਾਂ ਕੋਲੋਂ ਤਾਂ ਹੁਣ ਗੁਰਸਿੱਖੀ ਲੋਕੀ ਜੀਵਨ ਜਾਂਚ ਸਿੱਖਿਆ ਕਰਨਗੇ। ਇੰਨੀ ਜ਼ਿਆਦਾ ਮੱਥੋ ਜੀ 'ਤੇ ਕਿਰਪਾ ਕੀਤੀ ਬੀਬੀ ਮੱਥੋ ਜੀ 'ਤੇ। ਅਤੇ ਇਹ ਪਹਿਲੀ ਵਾਰ ਹੋਇਆ ਕਿ ਗੁਰੂ ਸਾਹਿਬ ਨੇ ਇੱਕ ਬੀਬੀ ਨੂੰ ਮੰਜੀ ਥਾਪ ਕੇ ਦਿੱਤੀ ਅਤੇ ਮੁਰਾਰੀ ਜੀ ਜਿਹੜਾ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਨਾਲ ਹੱਥ ਵਡਾਉਣਾ ਹੈ ਅਤੇ ਮੱਥੋ ਜੀ ਦਾ ਨਾਮ ਪਹਿਲੇ ਲਿਆ ਜਾਏਗਾ ਅਤੇ ਮੁਰਾਰੀ ਜੀ ਦਾ ਬਾਅਦ 'ਚੋਂ। ਅਤੇ ਇਹ ਮੱਥੋ ਮੁਰਾਰੀ ਕਰਕੇ ਜੋੜੀ ਜਿਹੜੀ ਹੈ ਬੜੀ ਉਹ ਫੇਮਸ ਹੋਈ ਉਸ ਸਮੇਂ। ਅਤੇ ਅੱਜ ਵੀ ਅਸੀਂ ਉਹਨਾਂ ਨੂੰ ਮੱਥੋ ਮੁਰਾਰੀ ਜੀ ਕਰਕੇ ਜਾਣਦੇ ਹਾਂ। ਅਤੇ ਉਹਨਾਂ ਨੂੰ ਮੰਜੀ ਥਾਪ ਕੇ ਦਿੱਤੀ ਅਤੇ ਮੱਥੋ ਮੁਰਾਰੀ ਜੀ ਨੇ ਬਹੁਤ ਗੁਰੂ ਪੰਥ ਦੀ ਸੇਵਾ ਕੀਤੀ। ਇਹ ਹੱਕ, ਪ੍ਰਚਾਰ ਦਾ ਹੱਕ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਤੋਂ ਮਿਲਿਆ। ਗੁਰੂ ਅਮਰਦਾਸ ਪਾਤਸ਼ਾਹ ਜਦੋਂ ਆਪਣੇ ਗੋਬਿੰਦਵਾਲ ਸਾਹਿਬ ਸੰਗਤਾਂ ਨੂੰ ਤਾਰ ਰਹੇ ਸੀ, ਉੱਥੇ ਬੌਲੀ ਸਾਹਿਬ ਦੇ ਨਿਰਮਾਣ ਕਰਵਾਇਆ। ਸੁਚਤਮ, ਇਸਨਾਨ, ਇਹ ਸਭ ਜਿਹੜੇ ਗੁਣ ਨੇ ਇਹ ਸਿੱਖਾਂ 'ਚ ਅੰਦਰ ਹੋਰ ਗਹਿਰੇ ਉਜਾਗਰ ਕਰਵਾਏ। 84 ਪੌੜੀਆਂ ਵੀ 84 ਜਿਹੜੀ ਆਪ ਜੀ ਦੀ ਕੱਟੀ ਜਾਏ, ਇਹ 84 ਪੌੜੀਆਂ 'ਤੇ ਇਸ਼ਨਾਨ ਕਰਕੇ ਇਹ ਗੁਰੂ ਸਾਹਿਬ ਦੀ ਦੇਣ, ਬੌਲੀ ਸਾਹਿਬ ਗੁਰੂ ਸਾਹਿਬ ਦੀ ਦੇਣ ਹੈ, ਜਿਹੜੀ ਅਸੀਂ ਆਨੰਦ ਸਾਹਿਬ ਦਾ ਪਾਠ ਰੋਜ਼ ਨਿਤਨੇਮ ਵਿੱਚ ਕਰਦੇ ਹਾਂ, ਜਿਹੜਾ ਸਾਨੂੰ ਪੂਰੀ ਜੀਵਨ ਜਾਚ ਸਿਖਾਉਂਦਾ ਹੈ। ਗੁਰੂ ਸਾਹਿਬ ਦੀਆਂ ਬੇਅੰਤ ਦਾਤਾਂ। ਗੁਰੂ ਸਾਹਿਬ ਇੰਨੇ ਕਿਰਪਾਲੂ। ਕਹਿੰਦੇ ਜਦੋਂ ਗੁਰੂ ਸਾਹਿਬ ਇੱਕ ਵਾਰੀ ਸਵੇਰੇ ਆਪਣੇ ਧਿਆਨ ਵਿੱਚ ਮਗਨ, ਅਤੇ ਬਹੁਤ ਇੱਕ ਬਜ਼ੁਰਗ ਮਾਈ ਦੇ ਕੁਰਲਾਣ ਦੀਆਂ ਆਵਾਜ਼ਾਂ ਆਈਆਂ। ਇੰਨੀ ਚੀਖ ਪੁਕਾਰ ਵਿੱਚ ਦਰਦ ਸੀ ਕਿ ਗੁਰੂ ਸਾਹਿਬ ਦਾ ਧਿਆਨ ਉੱਧਰ ਖਿੱਚੇ। ਗੁਰੂ ਸਾਹਿਬ ਨੇ ਕਿਹਾ ਕਿ ਕੌਣ ਰੋਂਦਾ ਹੈ? ਅਤੇ ਟਹਿਲੀਏ ਸਿੰਘ ਜੀ ਨੇ ਕਿਹਾ, ਆਪ ਜੀ ਆਗਿਆ ਦਿਓ ਅਤੇ ਮੈਂ ਪਤਾ ਕਰਕੇ ਆਵਾਂ ਕਿ ਇਹ ਕੌਣ ਮਾਈ ਰੋਂਦੀ ਹੈ। ਜਦੋਂ ਉਹ ਪਤਾ ਕਰਕੇ ਆਏ ਅਤੇ ਕਿਹਾ, ਗੁਰੂ ਸਾਹਿਬ ਇੱਕ ਮਾਈ ਦਾ ਜਵਾਨ ਪੁੱਤਰ ਚੜ੍ਹਾਈ ਕਰ ਗਿਆ, ਘਰ ਵਿੱਚ ਉਹਦਾ ਕੋਈ ਸਹਾਰਾ ਨਹੀਂ, ਉਹਦਾ ਪਤੀ ਪਹਿਲੇ ਹੀ ਨਹੀਂ ਹੈ, ਅਤੇ ਇਸ ਕਰਕੇ ਉਹ ਮਾਈ ਬਹੁਤ ਰੋਂਦੀ ਪਈ ਹੈ ਕਿ ਇੱਕ ਸਹਾਰਾ ਅਤੇ ਭਰੀ ਜਵਾਨੀ 'ਚ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਅਤੇ ਗੁਰੂ ਸਾਹਿਬ ਨੇ ਕਿਹਾ ਉਹਨੂੰ ਸਮਝਾਉਣਾ ਕਰੋ ਕਿ ਸਵੇਰੇ ਦਰਬਾਰ ਵਿੱਚ ਲੈ ਕੇ ਆਏ, ਉਹਦੀ ਫਰਿਆਦ ਸੁਣੀ ਜਾਏਗੀ। ਹੁਣ ਅੰਮ੍ਰਿਤ ਵੇਲਾ, ਹੁਣ ਨਾ ਰੋਵੇ। ਪਰ ਉਹ ਤਰਵਾਸਾ ਕਿੱਥੋਂ ਹੋਏ?
ਇੱਕ ਮਾਂ ਉੱਪਰੋਂ ਸੰਸਾਰੀ ਪ੍ਰਵਿਰਤੀ ਹੋਏ ਅਤੇ ਇੱਕ ਜਵਾਨ ਪੁੱਤਰ ਹੋਏ, ਮਾਂ ਕਿੱਥੋਂ ਆਪਣੇ ਚੀਖ ਪੁਕਾਰ ਨੂੰ ਕਿੱਥੋਂ ਸ਼ਾਂਤ ਕਰੇ। ਮਾਂ ਨੂੰ ਸ਼ਾਂਤ ਨਹੀਂ ਆਈ। ਜਦੋਂ ਐਵੇਂ ਸੁਣਿਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਸਵੇਰੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ, ਤਾਂ ਸਵੇਰੇ ਆਪਣੇ ਪੁੱਤਰ ਦੀ ਲੋਥ ਨੂੰ ਚੁਕਵਾ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋ ਗਈ ਅਤੇ ਆ ਕੇ ਉਵੇਂ ਹੀ ਰੋ ਰਹੀ ਹੈ। ਉਹ ਦਰਦ ਘੱਟ ਨਹੀਂ ਰਿਹਾ ਅੰਦਰੋਂ। ਅਤੇ ਗੁਰੂ ਸਾਹਿਬ ਦਾ ਹਿਰਦਾ ਇੰਨਾ ਨਾਜ਼ੁਕ, ਇੰਨਾ ਕੋਮਲ। ਗੁਰੂ ਸਾਹਿਬ ਨੇ ਆਪਣੇ ਸੱਜੇ ਚਰਨ ਦਾ ਅੰਗੂਠਾ ਉਹ ਪੁੱਤਰ ਦੇ ਉਹਦੇ ਮੂੰਹ 'ਤੇ ਲਗਾਇਆ ਅਤੇ ਉਹਨੂੰ 4 ਪੈਰ ਦਾ ਜਿਹੜਾ ਮਰਿਆ ਪਿਆ ਪੁੱਤਰ ਸੀ ਉਹਨੂੰ ਜਿੰਦਾ ਕਰਤਾ। ਅਤੇ ਸਾਰੇ ਪਾਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੈ ਜੈਕਾਰ ਹੋਣ ਲੱਗ ਪਈ। ਹੁਣ ਗੁਰੂ ਸਾਹਿਬ ਨੇ ਸੋਚਿਆ ਉਹਨਾਂ ਨੇ ਜਿੰਦਾ ਤਾਂ ਕਰ ਦਿੱਤਾ, ਹੁਣ ਤਾਂ ਜਿਹੜਾ ਵੀ ਚੜ੍ਹਾਈ ਕਰੇਗਾ ਉਹਨੂੰ ਚੁੱਕ ਕੇ ਇੱਥੇ ਹੀ ਲੈ ਕੇ ਆਉਣਾ, ਹੁਣ ਸਾਰਿਆਂ ਨੂੰ ਕਰਨਾ ਪਏਗਾ, ਇਹ ਤਾਂ ਠੀਕ ਨਹੀਂ। ਅਤੇ ਗੁਰੂ ਸਾਹਿਬ ਨੇ ਨਾਲ ਹੀ ਵਰ ਦਿੱਤਾ ਕਿ ਜਦ ਤੱਕ ਅਸੀਂ ਇਸ ਗੱਦੀ 'ਤੇ ਸਰੀਰ ਦੀ ਤੌਰ 'ਤੇ ਵਿਰਾਜਮਾਨ ਹੈਗੇ ਗੁਰਤਾ ਗੱਦੀ 'ਤੇ, ਤਾਂ ਤੱਕ ਗੋਇੰਦਵਾਲ ਸਾਹਿਬ ਕੋਈ ਚੜ੍ਹਾਈ ਨਹੀਂ ਕਰੇਗਾ। ਕਾਲ ਨੂੰ ਬੰਨ੍ਹ ਦਿੱਤਾ ਮਹਾਰਾਜ ਨੇ। ਮਹਾਰਾਜ ਨੇ ਕਿਹਾ ਕੋਈ ਚੜ੍ਹਾਈ ਨਹੀਂ ਕਰੇਗਾ ਗੋਇੰਦਵਾਲ ਸਾਹਿਬ ਜਦ ਤੱਕ ਅਸੀਂ ਗੁਰਤਾ ਗੱਦੀ 'ਚ ਵਿਰਾਜਮਾਨ ਹੈਗੇ ਹਾਂ। ਤਾਂ ਹੀ ਕਰਕੇ ਭੱਟ ਜੀ ਕਹਿੰਦੇ ਨੇ ਸੁਤ ਭਾਨ ਡਰਿਓ। ਜਿਹੜਾ ਸੂਰਜ ਦਾ ਜਿਹੜਾ ਪੁੱਤਰ ਏ, ਜਿਹੜਾ ਜਮਦੂਤ, ਜਿਹੜਾ ਧਰਮਰਾਜ, ਉਹ ਡਰਦਾ, ਉਹ ਨੇੜੇ ਹੀ ਨਹੀਂ ਗਿਆ ਗੋਇੰਦਵਾਲ ਸਾਹਿਬ ਦੇ। ਉਸ ਸਮੇਂ ਕਿਸੇ ਇਨਸਾਨ ਰੂਹ ਨੇ ਕੀ ਚੜ੍ਹਾਈ ਕਰਨੀ ਸੀ, ਕੋਈ ਪੰਛੀ ਜਾਨਵਰ ਵੀ ਨਹੀਂ ਮਰਿਆ ਗੋਇੰਦਵਾਲ ਸਾਹਿਬ ਜਦ ਤੱਕ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਵਿਰਾਜਮਾਨ ਰਹੇ। ਅਤੇ ਭੱਟ ਸਿੰਘ ਕਹਿੰਦੇ ਨੇ ਕਿ ਇਹ ਗੋਇੰਦਵਾਲ ਸਾਹਿਬ 'ਤੇ ਜਿਵੇਂ ਗੋਬਿੰਦਪੁਰੀ ਸੱਚਖੰਡ ਬਣ ਗਿਆ। ਸੱਚਖੰਡ ਵਿੱਚ ਕੋਈ ਨਹੀਂ ਮਰਦਾ ਨਾ, ਇੱਥੇ ਕੋਈ ਨਹੀਂ ਮਰਿਆ। ਪੰਛੀ ਜਾਨਵਰ, ਕੋਈ ਮਨੁੱਖੀ ਦੇਹੀ ਕਿਸੇ ਨੇ ਚੜ੍ਹਾਈ ਨਹੀਂ ਕੀਤੀ ਜਦ ਤੱਕ ਗੁਰੂ ਸਾਹਿਬ ਰਹੇ। ਇੰਨਾ ਗੁਰੂ ਸਾਹਿਬ ਦਾ ਹਿਰਦਾ ਕੋਮਲ ਅਤੇ ਇੰਨੀ ਬਖਸ਼ਿਸ਼ਾਂ ਦੇ ਮਾਲਕ ਸੀ ਗੁਰੂ ਸਾਹਿਬ। ਗੁਰੂ ਸਾਹਿਬ ਨੇ 22 ਮੰਜੀਆਂ ਸਾਜੀਆਂ, ਅਤੇ ਇਹ ਜਿਹੜੇ 22 ਮੰਜੀਆਂ ਸਾਜੀਆਂ, ਜਿਨ੍ਹਾਂ ਨੂੰ ਮੰਜੀ ਮਿਲਦੀ ਸੀ ਕਿ ਇਸ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰੋ, ਉਹਨਾਂ ਨੂੰ ਫਿਰ ਮਸੰਦ ਕਿਹਾ ਜਾਂਦਾ ਸੀ। ਗੁਰੂ ਸਾਹਿਬ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਉਹਨਾਂ ਦਾ ਤੁਸੀਂ ਅੰਤ ਨਹੀਂ ਪਾ ਸਕਦੇ। ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਸਾਹਿਬ ਵਿੱਚ ਕਿੰਨੇ ਗੁਣ ਨੇ ਅਤੇ ਗੁਰੂ ਸਾਹਿਬ ਦੀਆਂ ਕਿੰਨੀਆਂ ਬਖਸ਼ਿਸ਼ਾਂ ਨੇ। ਗੁਰੂ ਸਾਹਿਬ ਦਾ ਜਦੋਂ ਆਪਣਾ ਨੇੜੇ ਜਾਣਿਆ ਗੁਰੂ ਸਾਹਿਬ ਨੇ ਕਿ ਹੁਣ ਅਕਾਲ ਪੁਰਖ ਵੱਲੋਂ ਹੁਕਮ ਹੈ ਜੋਤੀ ਜੋਤ ਸਮਾਉਣਾ ਹੈ, ਉਸ ਤੋਂ ਪਹਿਲੇ ਕਹਿੰਦੇ ਨੇ ਗੁਰੂ ਸਾਹਿਬ ਨੇ ਧੰਨ ਗੁਰੂ ਰਾਮਦਾਸ ਜੀ ਦਾ ਦੇਖ ਲਿਆ ਕਿ ਜੀਵਨ ਛੋਟਾ ਹੈ, ਅਤੇ ਉਹਨਾਂ ਨੂੰ ਆਪਣੀ ਉਮਰ ਦੇ 6 ਸਾਲ ਗੁਰੂ ਸਾਹਿਬ ਨੇ ਬਖਸ਼ੇ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਸੰਗਤ ਨੂੰ, ਸਭ ਸਿੱਖ ਸੰਗਤ ਨੂੰ ਬੁਲਵਾਇਆ, ਆਪਣੇ ਪੁੱਤਰਾਂ ਨੂੰ ਬੁਲਵਾਇਆ ਕਿ ਅਸੀਂ ਹੁਣ ਸੱਚਖੰਡ ਪਿਆਨਾ ਕਰਨਾ ਹੈ। ਅਤੇ ਗੁਰੂ ਸਾਹਿਬ ਨੇ ਜਦੋਂ ਸਭ ਨੂੰ ਕਿਹਾ ਕਿ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜਿਓ। ਗੁਰੂ ਸਾਹਿਬ ਦੇ ਇਹ ਜਿਹੜਾ ਰਾਮਕਲੀ ਸੱਦ ਦੀ ਬਾਣੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈਗੀ ਹੈ ਸੁੰਦਰ ਭਗਤ ਜੀ ਦੀ। ਇਹ ਸੁੰਦਰ ਭਗਤ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜ ਪੋਤਰੇ ਨੇ। ਇਹ ਆਨੰਦ ਜੀ ਜਿਹੜੇ ਗੁਰੂ ਸਾਹਿਬ ਦੇ ਪੋਤਰੇ ਸੀ, ਉਹਨਾਂ ਦੇ ਅੱਗੋਂ ਬੇਟੇ ਹੈਗੇ ਨੇ। ਜਦੋਂ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੁੱਤਰ ਮੋਹਰੀ ਜੀ ਪਾਸੋਂ ਗੁਰਬਾਣੀ ਦੀ ਪੋਥੀਆਂ ਲੈਣ ਆਏ ਸੀ, ਅਤੇ ਸੁੰਦਰ ਜੀ ਨਾਲ ਭੇਟ ਹੋਈ ਅਤੇ ਆਪਸ ਵਿੱਚ ਬੜੇ ਪ੍ਰੇਮ ਨਾਲ ਮਿਲੇ। ਸੁੰਦਰ ਜੀ ਜਨਮ ਤੋਂ ਹੀ ਜਿਹੜੇ ਨੇ ਬ੍ਰਹਮ ਗਿਆਨੀ ਸੀ, ਅਤੇ ਸੁੰਦਰ ਜੀ ਪਾਸੋਂ ਪੁੱਛਿਆ ਕਿ ਉਸ ਸਮੇਂ ਕੀ ਹੋਇਆ ਸੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋਤ ਸਮਾਏ ਸੀ। ਅਤੇ ਉਹਨਾਂ ਨੇ ਰਾਮਕਲੀ ਸੱਦ ਦੀ ਵਾਰ ਉਜਾਰੀ, ਮਤਲਬ ਉਚਾਰਨ ਕਰਕੇ ਦੱਸੀ। ਸੱਦ ਦਾ ਮਤਲਬ ਵੈਸੇ ਤਾਂ ਛੰਤ ਹੁੰਦਾ ਹੈ, ਲੇਕਿਨ ਸੱਦ ਦਾ ਮਤਲਬ ਸੱਦਾ ਵੀ ਹੁੰਦਾ ਹੈ ਕਿ ਗੁਰੂ ਘਰ ਤੋਂ, ਜਿਹੜਾ ਮਾਲਕ ਦੇ ਘਰ ਤੋਂ, ਧੁਰ ਘਰ ਤੋਂ ਸੱਦਾ ਆਇਆ। ਅਤੇ ਰਾਮਕਲੀ ਸੱਦ ਦੀ ਇਹ ਵਾਰ ਉਚਾਰਨ ਕਰਕੇ ਗੁਰੂ ਅਰਜਨ ਪਾਤਸ਼ਾਹ ਨੂੰ ਸਾਰਾ ਬਿਰਤਾਂਤ ਸੁਣਾਇਆ, ਅਤੇ ਗੁਰੂ ਅਰਜਨ ਪਾਤਸ਼ਾਹ ਨੇ ਇਹ ਬਾਣੀ ਨੋਟ ਕਰ ਲਈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ ਭਗਤ ਸੁੰਦਰ ਜੀ ਦੇ ਨਾਮ ਤੋਂ। ਅਤੇ ਸੁੰਦਰ ਜੀ ਕੌਣ ਸੀ? ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜ ਪੋਤਰੇ ਸੀ। ਅਤੇ ਇਹ ਸੁੰਦਰ ਜੀ ਨੇ ਸਾਰਾ ਬਿਰਤਾਂਤ ਰਾਮਕਲੀ ਸੱਦ ਵਿੱਚ ਉਚਾਰਨ ਕੀਤਾ ਹੈ ਕਿ ਜਿਸ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਾਣਾ ਸੀ ਅਤੇ ਕੀ ਹੋਇਆ। ਉਸ ਸਮੇਂ ਗੁਰੂ ਅੰਗਦ ਪਾਤਸ਼ਾਹ ਦੇ ਜਿਹੜੇ ਪੁੱਤਰ ਸੀ ਦਾਤੂ ਜੀ, ਉਹ ਵੀ ਮਿਲਣ ਆਏ। ਉਹਨਾਂ ਨੇ ਕਿਹਾ ਕਿ ਆ ਕੇ ਕਿ ਮੈਂ ਆਪ ਜੀ ਨੂੰ ਜਦੋਂ ਲੱਤ ਮਾਰੀ ਸੀ, ਗੁਰੂ ਸਾਹਿਬ ਜਦੋਂ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ ਅਤੇ ਗੁਰੂ ਅੰਗਦ ਪਾਤਸ਼ਾਹ ਜਿਹੜੇ ਪੁੱਤਰ ਨੂੰ ਸਹਾਰ ਨਹੀਂ ਸਕੇ, ਉਹਨਾਂ ਨੇ ਆ ਕੇ ਗੱਦੀ 'ਤੇ ਵਿਰਾਜਮਾਨ ਗੋਇੰਦਵਾਲ ਸਾਹਿਬ ਗੁਰੂ ਸਾਹਿਬ, ਅਤੇ ਆ ਕੇ ਲੱਤ ਕੱਢ ਕੇ ਮਾਰੀ ਜ਼ੋਰ ਦੀ ਛਾਤੀ ਵਿੱਚ ਗੁਰੂ ਸਾਹਿਬ ਦੇ।
ਤੇ ਗੁਰੂ ਸਾਹਿਬ ਦਾ ਹਿਰਦਾ ਇੰਨਾ ਕੋਮਲ, ਉਹ ਲੱਤ ਜਦੋਂ ਜ਼ੋਰ ਦੀ ਵੱਜੀ ਤੇ ਸਿੰਘਾਸਨ ਤੋਂ ਤੇ ਮਹਾਰਾਜ ਥੱਲੇ ਨੂੰ ਹੋ ਗਏ ਇੱਕਦਮ ਸਰੀਰ, ਪਰ ਆਪਣੇ ਆਪ ਨੂੰ ਉਸੀ ਵਕਤ ਗੁਰੂ ਸਾਹਿਬ ਨੇ ਸੰਭਾਲਿਆ ਤੇ ਉਹਨਾਂ ਦੀ ਲੱਤ ਫੜ ਕੇ ਕਿਹਾ ਕਿ ਇੱਕ ਤੇ ਮੇਰਾ ਸਰੀਰ ਬਜ਼ੁਰਗ ਹੈ, ਮੇਰੇ ਹੱਡ ਜਿਹੜੇ ਨੇ ਉਹ ਕਠੋਰ ਹੋ ਗਏ ਨੇ, ਉੱਪਰੋਂ ਇਹ ਸੇਵਾ ਕੀਤੀ ਜਿਹੜੀ ਗਾਗਰ ਦੀ ਤੇ ਝਾੜਨ ਪੂੰਝਣ ਦੀ, ਲੰਗਰਾਂ ਦੀ, ਲੱਕੜਾਂ ਦੀ, ਤੇ ਸਰੀਰ ਕਠੋਰ ਹੋ ਗਿਆ। ਆਪ ਜੀ ਦੀ ਕੋਮਲ ਲੱਤ ਨੂੰ ਕਿੱਥੇ ਚੋਟ ਤੇ ਨਹੀਂ ਲੱਗੀ? ਜਦੋਂ ਐਵੇਂ ਪੁੱਛਿਆ ਤੇ ਭਾਈ ਦਾਤੂ ਜੀ ਦਾ ਪੂਰਾ ਹੰਕਾਰ ਜਿਹੜਾ ਨਾ ਉਹ ਗਿਰ ਗਿਆ। ਕਹਿੰਦੇ ਨਮਰਤਾ ਕਰਕੇ ਹੀ ਤੇ ਸਭ ਮਿਲਦਾ ਹੈ, ਵੀ ਇੰਨੀ ਨਮਰਤਾ। ਜਦੋਂ ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਉਹ ਆਏ ਕਿ ਜਦ ਦੀ ਮੈਂ ਆਪ ਜੀ ਨੂੰ ਲੱਤ ਮਾਰੀ ਹੈ ਨਾ, ਮੇਰੀ ਇੰਨਾ ਕਸ਼ਟ ਹੈ, ਇਹ ਕਸ਼ਟ ਹੁਣ ਸਹਿਣ ਨਹੀਂ ਹੁੰਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਪਾਤਸ਼ਾਹ ਜਦੋਂ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਣਗੇ, ਉਹੀ ਆਪ ਜੀ ਨੂੰ ਬਖਸ਼ਣਗੇ ਅਤੇ ਇਹ ਜਿਹੜਾ ਕਸ਼ਟ ਹੈ ਦੂਰ ਹੋਏਗਾ। ਅਤੇ ਫਿਰ ਗੁਰੂ ਸਾਹਿਬ ਦੇ ਆਪਣੇ ਪੁੱਤਰ ਜਿਹੜੇ ਛੋਟੇ ਸੀ ਬਾਬਾ ਮੋਹਰੀ ਜੀ, ਉਹ ਹਾਜ਼ਰ ਹੋਏ। ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਗੁਰਪਿਤਾ ਜੀ, ਮੈਨੂੰ ਜੰਮਾਂ ਤੋਂ ਬਹੁਤ ਡਰ ਲੱਗਦਾ ਹੈ, ਮੇਰਾ ਕੀ ਹੋਏਗਾ, ਮੈਨੂੰ ਬਖਸ਼ਿਸ਼ ਕਰੋ। ਅਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਮੋਹਰੀ ਜੀ ਨੂੰ ਬੜਾ ਪਿਆਰ ਕੀਤਾ ਅਤੇ ਸਿਰ 'ਤੇ ਹੱਥ ਰੱਖ ਕੇ ਕਿਹਾ ਮੋਹਰੀ ਜੀ ਤੇਰੀਆਂ 42 ਕੁੱਲਾਂ ਤਰਨਗੀਆਂ। ਤਾਂ ਹੀ ਅੱਗੋਂ ਮੋਹਰੀ ਜੀ ਦੇ ਪੁੱਤਰ ਸੀ ਆਨੰਦ ਜੀ, ਅਤੇ ਆਨੰਦ ਜੀ ਦੇ ਜਿਹੜੇ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਅਸੀਂ ਕਹਿ ਰਹੇ ਹਾਂ ਰਾਮਕਲੀ ਸਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਾਜ਼ਰ ਹੈ। ਇਹ ਕਿਹਾ ਕਿ 42 ਕੁੱਲਾਂ ਤਰਨਗੀਆਂ। ਅਤੇ ਜਿਹੜੇ ਮੋਹਨ ਜੀ ਸੀ ਉਹ ਉਸ ਸਮੇਂ ਗੁਰੂ ਸਾਹਿਬ ਦੀ ਆਗਿਆ ਪਾ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਸਾਹਿਬ ਨੇ ਜਾਣ ਤੋਂ ਪਹਿਲੇ, ਉਹਨਾਂ ਨੇ ਸਨਮੁਖ ਹੋ ਕੇ ਮੱਥਾ ਨਹੀਂ ਟੇਕਿਆ। ਗੁਰੂ ਸਾਹਿਬ ਨੇ ਕਿਹਾ ਕਿ ਬਈ ਸਪ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਵੀ ਸਾਰੇ ਜਿਹੜੇ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ, ਇਹ ਗੁਰਤਾ ਗੱਦੀ 'ਤੇ ਵਿਰਾਜਮਾਨ ਨੇ। ਪਰ ਗੁਰੂ ਸਾਹਿਬ ਦੇ ਵੱਡੇ ਪੁੱਤਰ ਜਿਹੜੇ ਨੇ ਸਨਮੁਖ ਨਹੀਂ ਹੋਏ, ਅਤੇ ਮੋਹਰੀ ਪੁੱਤ ਸਨਮੁਖ ਹੋਆ। ਮੋਹਰੀ ਪੁੱਤ ਜੀ ਸਨਮੁਖ ਹੋ ਕੇ ਮੱਥਾ ਟੇਕਿਆ ਛੋਟੇ ਪੁੱਤਰ ਨੇ, ਪਰ ਵੱਡੇ ਬਾਬਾ ਮੋਹਨ ਜੀ ਨੇ ਨਹੀਂ ਟੇਕਿਆ। ਫਿਰ ਉਹਨਾਂ ਨੇ ਵੀ ਆਪਣੀ ਭੁੱਲ ਜਦੋਂ ਕਿਹਾ ਕਿ ਮੇਰੀ ਭੁੱਲ ਬਖਸ਼ ਦਿਓ, ਅਤੇ ਅੱਗੋਂ ਫਿਰ ਗੁਰੂ ਸਾਹਿਬ ਨੇ ਇਹ ਕਿਹਾ ਕਿ ਆਪ ਜੀ ਨੂੰ ਇਹ ਗੁਰਬਾਣੀ ਦੀ ਪੋਥੀਆਂ ਦੇ ਕੇ ਜਾ ਰਹੇ ਹਾਂ। ਜਦੋਂ ਇਹਨਾਂ ਦੇ ਪੁੱਤਰ ਬਾਣੀ ਦੀ ਜਦੋਂ ਜਹਾਜ਼ ਤਿਆਰ ਕਰਨਗੇ, ਮਹਾਨ ਕਾਰਜ ਕਰਨਗੇ ਗੁਰੂ ਅਰਜਨ ਪਾਤਸ਼ਾਹ ਜੀ, ਅਤੇ ਆਪ ਜੀ ਪਾਸ ਪੋਥੀਆਂ ਲੈਣ ਆਉਣਗੇ, ਉਹੀ ਆਪ ਜੀ ਨੂੰ ਬਖਸ਼ਣਗੇ। ਇਹੀਓ ਗੁਰੂ ਅੰਗਦ ਪਾਤਸ਼ਾਹ ਜੀ ਦੇ ਪੁੱਤਰ ਨੂੰ ਕਿਹਾ, ਅਤੇ ਇਹੀ ਆਪਣੇ ਪੁੱਤਰ ਨੂੰ ਕਿਹਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਆਪ ਜੀ ਨੂੰ ਬਖਸ਼ਣਗੇ ਜਦੋਂ ਪੋਥੀਆਂ ਲੈਣ ਆਉਣਗੇ। ਅਤੇ ਅੱਗੋਂ ਦੀ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹੀ ਮੋਹਨ ਜੀ, ਬਾਬਾ ਮੋਹਨ ਜੀ ਪਾਸ ਜਦੋਂ ਆਏ ਸੀ ਪੋਥੀਆਂ ਲੈਣ, ਉਹਨਾਂ ਨੂੰ ਬਖਸ਼ਿਆ ਸੀ। ਜਦੋਂ ਇਸ ਤਰ੍ਹਾਂ ਪੂਰਾ ਹੋ ਰਿਹਾ ਹੈ ਅਤੇ ਸਾਰੀ ਸੰਗਤ ਹੁਣ ਕਹਿੰਦੇ ਨੇ ਵੈਰਾਗ ਵਿੱਚ ਆ ਗਈ ਹੈ ਕਿ ਗੁਰੂ ਸਾਹਿਬ ਦਾ ਜਾਣ ਦਾ ਸਮਾਂ ਹੋ ਗਿਆ। ਅਤੇ ਗੁਰੂ ਸਾਹਿਬ ਨੇ ਬੜੇ ਹੀ ਪਿਆਰ ਨਾਲ ਸੰਗਤ ਨੂੰ ਸਮਝਾਇਆ ਕਿ ਜਦੋਂ ਕੋਈ ਜਿਹੜੇ ਦੋ ਮਿੱਤਰ ਹੁੰਦੇ ਨੇ, ਦੋ ਪਿਆਰੇ ਹੁੰਦੇ ਨੇ, ਦੋ ਪ੍ਰੇਮੀ ਹੁੰਦੇ ਨੇ, ਅਤੇ ਇੱਕ ਦੂਜੇ ਦੀ ਚੜ੍ਹਦੀ ਕਲਾ ਨੂੰ, ਇੱਕ ਦੂਜੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਅਤੇ ਮੈਂ ਜਦੋਂ ਸੱਚਖੰਡ ਜਾ ਰਿਹਾ ਵਾਂ, ਮੈਂ ਉੱਥੇ ਆਪਣੇ ਆਸਨ 'ਤੇ ਆਪਣੇ ਨਿੱਜ ਸਰੂਪ 'ਚ ਲੀਨ ਹੋਵਾਂਗਾ ਅਤੇ ਮੈਂ ਖੁਸ਼ ਹਾਂ। ਮੈਂ ਮਹਾਰਾਜ ਵਾਹਿਗੁਰੂ ਜੀ ਦੀ ਜਿਹੜੀ ਗੋਦੀ ਵਿੱਚ ਜਾ ਰਿਹਾ, ਮੈਂ ਖੁਸ਼ ਹਾਂ, ਅਤੇ ਆਪ ਜੀ ਮੈਨੂੰ ਦੇਖ ਕੇ ਖੁਸ਼ ਹੋਵੋ। ਗੁਰੂ ਸਾਹਿਬ ਨੇ ਹੁਕਮ ਕੀਤਾ, ਮਤ ਮੈਂ ਪਿੱਛੇ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਗੁਰੂ ਸਾਹਿਬ ਨੇ ਕਿਹਾ ਜੇ ਮੇਰੇ ਪਿੱਛੋਂ ਕੋਈ ਰੋਏਗਾ, ਉਹ ਮੈਨੂੰ ਉੱਕਾ ਹੀ ਮੂਲ ਬਿਲਕੁਲ ਉੱਕਾ ਹੀ ਨਹੀਂ ਪਾਏਗਾ, ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਗੁਰੂ ਸਾਹਿਬ ਨੇ ਅੰਤ ਵਿੱਚ ਇਹ ਬੋਲਿਆ, ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਕਿ ਮੇਰੇ ਪਿੱਛੋਂ ਜਿਹੜਾ ਹਦਾਇਤ ਦਿੱਤੀ ਕਿ ਇਹ ਕੀਰਤਨ ਅਖੰਡ ਕੀਰਤਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਪੋਥੀਆਂ ਦੇ ਗੁਰਬਾਣੀ ਦੇ ਪਾਠ ਕਰਨੇ ਨੇ, ਕਥਾ ਕਰਨੀ ਹੈ। ਇਹ ਗੁਰੂ ਸਾਹਿਬ ਨੇ ਫਰਮਾਇਆ ਕਿ ਕੀਰਤਨ ਪਾਠ ਕਰਨਾ ਹੈ, ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਸਤਿਗੁਰੂ ਜਿਹੜੇ ਹੈਗੇ ਨੇ, ਕਿ ਆਪਣਾ ਦੱਸਿਆ ਕਿ ਉਹ ਦਰਗਾਹ ਵਿੱਚ ਇੱਜ਼ਤ ਨਾਲ ਜਾ ਰਹੇ ਨੇ, ਉੱਥੇ ਜਾ ਕੇ ਉਹਨਾਂ ਨੂੰ ਸਿਰਪਾਓ ਮਿਲਣਗੇ ਅਕਾਲ ਪੁਰਖ ਵੱਲੋਂ, ਅਤੇ ਤੁਸੀਂ ਖੁਸ਼ ਹੋਵੋ। ਮੈਂ ਖੁਸ਼ ਹਾਂ। ਜਦੋਂ ਗੁਰੂ ਸਾਹਿਬ ਨੇ ਐਵੇਂ ਹਿਦਾਇਤ ਦਿੱਤੀ ਅਤੇ ਸਾਰੀ ਸਿੱਖ ਸੰਗਤ ਨੂੰ, ਗੁਰੂ ਸਾਹਿਬ ਦੇ ਪੁੱਤਰਾਂ ਨੂੰ, ਪਰਿਵਾਰ ਨੂੰ, ਵੱਡਾ ਪਰਿਵਾਰ ਸੀ ਗੁਰੂ ਮਹਾਰਾਜ ਦਾ, ਉਹਨਾਂ ਸਭ ਨੂੰ ਥੋੜ੍ਹੀ ਢਾਢਸ ਬੰਦੀ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਉਸੀ ਵਕਤ ਕਲਿਆਣ ਕਰਦਾ ਜਦੋਂ ਗੁਰੂ ਮਹਾਰਾਜ ਉਪਦੇਸ਼ ਦੇ ਰਹੇ ਨੇ। ਅਤੇ ਜਾਣ ਤੋਂ ਪਹਿਲੇ ਤਾਂ ਮਿਹਰ ਦੀ ਨਿਗਾਹ ਭਰੀ ਹੋਈ ਹੈ, ਸਭ ਨੂੰ ਬਖਸ਼ਿਸ਼ਾਂ ਦੇ ਰਹੇ ਨੇ। ਤਾਂ ਮੋਹਰੀ ਜੀ ਨੂੰ ਵੀ ਕਿਹਾ ਆਪ ਜੀ ਦੀ 42 ਕੁੱਲਾਂ ਤਰਨਗੀਆਂ। ਜਿਹੜਾ ਵੀ ਮਾफ़ੀ ਮੰਗਣ ਆਇਆ ਕਿਹਾ ਜੀ ਮਾफ़ੀ ਆਪ ਜੀ ਨੂੰ ਜ਼ਰੂਰ ਮਿਲੇਗੀ। ਜਿਹੜੀ ਬਖਸ਼ਿਸ਼ ਕੋਈ ਮੰਗਣ ਆ ਰਿਹਾ ਉਸ ਨੂੰ ਉਹ ਬਖਸ਼ਿਸ਼ ਦੇ ਰਹੇ ਨੇ। ਅਤੇ ਐਵੇਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਜਾਣ ਦਾ ਸਮਾਂ, ਆਪਣੇ ਸੁਖਾਸਨਾਂ 'ਤੇ ਵਿਰਾਜਮਾਨ ਹੁੰਦੇ ਨੇ, ਅਤੇ ਉਸ ਸਮੇਂ ਸੁਰੀਲੀ ਆਵਾਜ਼ ਨਾਲ ਕਹਿੰਦੇ ਨੇ,
हर मिलिया पुरख सुजान जियो, हर मिलिया पुरख सुजान जियो। अर्थात गुरु साहब कहते मैं कोई शून्य विच या कोई उस अवस्था विच नहीं जा रहा, मैं तो वाहिगुरू जी की गोदी मैं एक मिक अपने निज स्वरूप विच सचखंड जा रहा। यह कह के गुरु साहब ने चादर ताण लई ते उस समय फिर जदों गुरु साहब अपने सचखंड प्याना करते ने, निज स्वरूप विच लीन होंदे ने ते सारी तरफ इन्ना सुगंध भरिया माहौल हो जाता है। एक बिल्कुल जिन्होंने कहते ना डिवाइन एनवायरनमेंट, दिव्य अनुभव होंदा है उस समय सब नूं। ते गुरु साहब 95 साल की उम्र विच ज्योति जोत समांदे ने। 12 साल के करीब गुरु साहब गुरता गद्दी ते विराजमान रहे, बेअंत बख्शिशां महाराज दियां। इस दिन असी गुरु साहब नूं जदों नतमस्तक हो रहे हैं, प्रणाम कर रहे हैं, गुरु साहब दा ज्योति जोत दिन हैगा ते साडा फर्ज बनता है कि असी गुरु साहब की शिक्षा मन विच धारीए। आनंद साहब ते गुरु साहब की पूरी जीवन जाच जिहड़ी सानूं सिखा ही रहा है कि साडी जीवन जाच गुरबाणी नूं असीं किवें जीना है, वो रोज़ असीं नितनेम विच पढ़ रहे हैं। पर गुरु साहब दे अपने भी वचन सी कि वड्डे वेले अमृत वेले उठ के सिख जप दा पाठ करे, गुरमंत्र दा जाप करे, चढ़दे दिवस फिर गुरबाणी गावे पढ़े, नाम ध्यावे उठदियां बहंदियां। ये गुरु साहब ने कहा ते थोड़ा सवे ते थोड़ा ही खावे, गाफल ना होवे, आलसी ना होवे मेरा सिख। गुरु साहब ने कहा कि जिहड़ा मेरा सिख है ना, जो नींद आए ते सोवे ते जदों भुख लगे ते खावे। ये नहीं कि बिना गल तो खा रहा ते बिना गल तो सो रहा है। ये गुरु साहब दी शिक्षावां जिहड़ियां सानूं मिलदियां ने गुरबाणी चों, गुरु साहब मेहर करन असीं अपने जीवन विच धारण करिए। हमेशा गुरु साहब दा दर फड़ के रखिए, कदी इस दर घर तो कदी भी मुख ना होइए। गुरु साहब दी बाणी आप ही कह रही है कि सन्मुख होकर रहना। आनंद साहब दी बाणी असीं रोज़ पढ़दे हां कि सत होवे तां सन्मुख सिख कोई, वाहिगुरू वाहिगुरू आप छड़ सदा रहे परणे, गुरु बिन अवर ना जाने कोई, कहे नानक सुनो संतो सो सिख सन्मुख होए। गुरु साहब मेहर करन सानूं इस अवस्था दे